ਸੋ ਜਿਸ ਕਨਸੈਪਟ ਬਾਰੇ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਜੀ, ਬੜਾ ਹੀ ਇੱਕ ਇੰਟਰਸਟਿੰਗ ਟੌਪਿਕ ਹੈ, ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਅਸੀਂ ਮੌਤ ਦੀ ਗੱਲ ਕਰਨੇ ਆ ਤਾਂ ਉਸ ਕਿਸ ਨਜ਼ਰੀਏ ਤੋਂ ਅਸੀਂ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਨੇ ਜਿਹੜਾ ਬੇਸ ਬਣਾਇਆ ਬ੍ਰੇਕ ਤੋਂ ਪਹਿਲਾਂ ਕਿ ਇਹ ਹੈ ਕੀ ਅਸਲ ਵਿੱਚ, ਆਓ ਹੁਣ ਵਿਸਥਾਰ ਵਿੱਚ ਜਾਣਕਾਰੀ ਲਈਏ ਕਿ ਇਹ ਆਤਮਾ ਦੇ ਬਾਰੇ ਜਿਹੜੀ ਅਸੀਂ ਗੱਲ ਕੀਤੀ, ਮੌਤ ਦੇ ਬਾਰੇ ਕੀਤੀ ਗੱਲ, ਹੁਣ ਅਸਲ ਵਿੱਚ ਮੌਤ ਹੈ ਕੀ ਹੈ ਜੀ ਭਾਈ ਸਾਹਿਬ। हाँ जी, हरप्रीत सिंह जी, ਅਸੀਂ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਰਹੇ ਸੀ, ਅਸੀਂ ਆਤਮਾ ਦੇ ਬਾਰੇ ਗੱਲ ਕਰ ਰਹੇ ਸੀ ਰਾਈਟ। ਔਰ ਇਹਦੇ ਨਾਲ ਇਹ ਵੀ ਗੱਲ ਕੀਤੀ ਸੀ ਜੋ ਚੀਜ਼ ਇਸ ਦੁਨੀਆ ਦੇ ਵਿੱਚ ਆਉਂਦੀ ਹੈ ਉਹਦਾ ਖਾਤਮਾ ਵੀ ਬਿਲਕੁਲ ਜਿਸ ਨੇ ਬਸਣਾ ਹੈ। ਹੁਣ ਅੱਜ ਗੱਲ ਆਤਮਾ ਦੇ ਜਿਸ ਲਈ ਆ ਗਈ, ਹੁਣ ਆਤਮਾ ਵੀ ਉਸ ਮਾਸ ਦੇ ਲੋਥੜੇ ਦੇ ਵਿੱਚ ਕਿਤੋਂ ਆਈ। ਯਾ ਹੁਣ ਯੂਨੀਵਰਸਲ ਟਰੂਥ ਹੋਈ, ਜਿਹੜਾ ਆਇਆ ਉਹਨੇ ਜਾਣਾ ਹੈ। ਉਹਨੇ ਜਾਣਾ। ਰਾਈਟ। ਹੁਣ ਜੇ ਆਤਮਾ ਆਈ ਤਾਂ ਉਹ ਗਈ ਜਾਏਗੀ ਕਿਸ ਵੇਲੇ ਜਾਂ ਕਦ ਜਾਂਦੀ ਹੈ? ਸਵਾਲ ਇੱਥੇ ਖੜਾ ਹੁੰਦਾ, ਉਹਦੀ ਮੌਤ ਕਦ ਹੁੰਦੀ ਹੈ? ਰਾਈਟ। ਸੋ ਗੁਰਬਾਣੀ ਵਿੱਚ ਇਸ ਸੰਬੰਧ ਵਿੱਚ ਲਿਖਿਆ ਗਿਆ ਜੀ। ਹਾਂ ਜੀ, ਇਸ ਸੰਬੰਧ ਵਿੱਚ ਬਹੁਤ ਕੁਝ ਲਿਖਿਆ ਗਿਆ। ਮੈਂ ਇਸੇ ਕਰਕੇ ਇੱਕ ਪਹਿਲਾਂ ਹਿੰਟ ਵੀ ਦਿੱਤਾ ਸੀ ਉਹਦੇ ਬਾਰੇ। ਇਹ ਸੀ ਕਿ ਗੁਰਬਾਣੀ ਦੇ ਵਿੱਚ ਆਤਮਾ ਦੇ ਜਾਣ ਨੂੰ, ਕਿਉਂਕਿ ਜਿਸ ਤਰ੍ਹਾਂ ਸਰੀਰ ਜਿਹੜਾ ਜੀ ਉਹ ਇਸ ਦੁਨੀਆ ਦੇ ਵਿੱਚ ਆਇਆ, ਜਿਸ ਨੂੰ ਖਤਮ ਹੋ ਰਹੇ ਮੁੜ ਕੇ ਉਹਨਾਂ ਪੰਜਾਂ ਤੱਤਾਂ 'ਚ ਮਿਲ ਗਿਆ, ਉਹਦੀ ਮੌਤ ਸਮਝ ਲਈ ਗਈ। ਰਾਈਟ। ਇੱਕ ਦਰਖਤ ਜ਼ਮੀਨ ਦੇ ਵਿੱਚੋਂ ਪੈਦਾ ਹੋਇਆ, ਖਤਮ ਹੋ ਕੇ ਜਿਸਲੇ ਸੁੱਕ ਗਿਆ, ਉਹਦੇ ਬਾਅਦ ਜਲ ਗਿਆ, ਮਿੱਟੀ ਦੇ ਵਿੱਚ ਮਿਲ ਗਿਆ, ਉਹਦੀ ਮੌਤ ਹੋ ਗਈ ਜੀ। ਇਸੇ ਤਰ੍ਹਾਂ ਹੀ ਕੋਈ ਇਸੇ ਚੀਜ਼ ਦਾ ਜਿਸਲੇ ਅੰਤ ਹੋ ਗਿਆ, ਉਹਦੀ ਹੋਂਦ ਨਾ ਰਹੀ, ਤਾਂ ਉਹਨੂੰ ਮੌਤ ਕਿਹਾ ਜਾਂਦਾ। ਠੀਕ। ਹੁਣ ਆਤਮਾ ਦੀ ਮੌਤ ਕੀ ਹੈ? ਇਹ ਕੀ ਹੈ ਜੀ? ਇਸੇ ਚੀਜ਼ ਨੂੰ ਅਸੀਂ ਲੈਣ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਹੋਰਨਾਂ ਧਰਮਾਂ 'ਚ, ਇਕੱਲੀ ਗੁਰਬਾਣੀ ਦੇ ਸਾਡੇ ਸਿੱਖ ਧਰਮ ਦੇ ਵਿੱਚ ਨਹੀਂ, ਹਰ ਧਰਮ ਦੇ ਵਿੱਚ, ਔਰ ਇਹੀ ਹਰ ਧਰਮ ਦਾ ਬੇਸ ਹੈ ਜੀ। ਆਤਮਾ ਨੇ ਖਤਮ ਕਦੋਂ ਹੋਣਾ, ਆਤਮਾ ਦੀ ਮੌਤ ਕਦੋਂ ਹੋਣੀ ਹੈ, ਔਰ ਦੂਸਰੇ ਲਫ਼ਜ਼ਾਂ ਦੇ ਵਿੱਚ ਉਹਨੂੰ ਮੁਕਤੀ ਕਿਹਾ। ਮੁਕਤੀ ਦਾ ਮਤਲਬ ਕੀ ਹੁੰਦਾ? ਥੋੜ੍ਹਾ ਜਿਹਾ ਇਹਦੇ ਬਾਰੇ ਗੱਲ ਕਰ ਲਈਏ। ਰਾਈਟ। ਜਿਸ ਤਰ੍ਹਾਂ ਸਰੀਰ ਦਾ ਖਤਮ ਹੋ ਜਾਣਾ ਇੱਕ ਮੌਤ ਹੈ ਜੀ, ਉਹਦੀ ਸਰੀਰ ਖਤਮ ਹੋ ਜਾਂਦਾ, ਉਹਦੀ ਹੋਂਦ ਖਤਮ ਹੋ ਜਾਂਦੀ। ਇਸੇ ਤਰ੍ਹਾਂ ਆਤਮਾ ਕੀ ਜੀ, ਜਿਸ ਤਰ੍ਹਾਂ ਪਹਿਲਾਂ ਕਿਹਾ, ਆਤਮਾ ਪਰਮਾਤਮਾ ਕੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਕੀ ਹੈ? ਮਨ ਦਾ ਮੂਲ ਹੈ ਆਤਮਾ। ਆਤਮਾ ਦਾ ਮੂਲ ਕੀ ਹੈ? ਪਰਮ ਆਤਮਾ। ਅਸੀਂ ਲਫ਼ਜ਼ ਇਸਤੇਮਾਲ ਕਰਦੇ ਹਾਂ ਪਰਮਾਤਮਾ। ਪਰਮਾਤਮਾ ਨੂੰ ਜੇ ਸੰਧੀ ਛੇਦ ਕਰੀਏ, ਪਰਮ ਆਤਮਾ। ਠੀਕ। ਉਹ ਵੱਡੀ ਆਤਮਾ, ਇੱਕੋ ਆਤਮਾ ਜਿਹਦੇ ਸਾਰੇ ਹੀ ਜਿਹਦੇ ਵਿੱਚੋਂ ਨਿਕਲੇ ਹੋਏ ਨੇ, ਜਾਂ ਇੱਕ ਉਹ ਵੱਡਾ ਦਰਖਤ ਜਿਹਦੇ ਸਾਰੇ ਪੱਤੇ ਫੁੱਲ ਪੱਤੀਆਂ ਜਾਂ ਜੜ੍ਹਾਂ ਨੇ ਜੀ। ਹੁਣ ਉਸ ਆਤਮਾ ਨੇ ਜਿਹੜੀ ਉਹਦੇ ਵਿੱਚੋਂ ਨਿਕਲ ਕੇ ਆਈ, ਜਦ ਤਾਈਂ ਉਹ ਉਹਦੇ ਵਿੱਚ ਮੁੜ ਕੇ ਮਿਲ ਨਹੀਂ ਜਾਂਦੀ, ਉਹਦਾ ਆਪਣੀ ਹੋਂਦ ਖਤਮ ਨਹੀਂ ਹੋ ਜਾਂਦੀ। ਓਕੇ। ਅਸੀਂ ਉਸ ਵੇਲੇ ਤਾਈਂ ਉਸ ਆਤਮਾ ਦੀ ਮੌਤ ਨਹੀਂ ਕਹਿ ਸਕਦੇ। ਜਦ ਤੱਕ ਆਤਮਾ ਉਸ ਪਰਮਾਤਮਾ ਵਿੱਚ ਜਾ ਕੇ ਨਹੀਂ ਜੁੜ ਜਾਂਦੀ, ਤਦ ਤੱਕ ਉਸ ਦੀ ਮੌਤ ਨਹੀਂ, ਮੁਕਤੀ ਨਹੀਂ। ਮਤਲਬ ਜਿਸ ਤਰ੍ਹਾਂ ਸਰੀਰ ਜਿੱਥੋਂ ਆਇਆ ਸੀ ਮੁੜ ਕੇ ਉਸ ਚੀਜ਼ ਦੇ ਵਿੱਚ ਦੁਬਾਰਾ ਨਹੀਂ ਚਲਾ ਗਿਆ, ਰਾਈਟ, ਉਹਦਾ ਹੋਂਦ ਖਤਮ ਨਹੀਂ ਹੋ ਗਈ ਜੀ, ਉਦੋਂ ਤਾਈਂ ਮੌਤ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਸ ਤਰ੍ਹਾਂ ਆਤਮਾ ਜਿੱਥੋਂ ਆਈ ਹੈ, ਜਦ ਤਾਈਂ ਉਹਦੇ ਵਿੱਚ ਨਹੀਂ ਮਿਲਦੀ, ਲੀਨ ਨਹੀਂ ਹੁੰਦੀ, ਤਦ ਤੱਕ ਉਹ ਮੌਤ, ਤਦ ਤਾਈਂ ਉਸ ਆਤਮਾ ਦੀ ਮੌਤ ਨਹੀਂ। ਓਕੇ। ਜਿਹਨੂੰ ਗੁਰਬਾਣੀ ਦੇ ਵਿੱਚ ਮੁਕਤੀ ਦਾ, ਜਾਂ ਬਾਕੀ ਧਰਮਾਂ ਦੇ ਵਿੱਚ ਵੀ ਲਫ਼ਜ਼ ਮੁਕਤੀ ਹੈ। ਮੁਕਤੀ ਦਾ ਮਤਲਬ ਕੀ? ਮੁਕਤ ਹੋ ਜਾਣਾ, ਵਿਨਾਸ਼ ਹੋ ਜਾਣਾ, ਖਤਮ ਹੋ ਜਾਣਾ। ਰਾਈਟ। ਹੁਣ ਜਦ ਤਾਈਂ ਆਤਮਾ ਦੀ ਖਾਤਮੇ ਦੇ ਲਈ, ਆਤਮਾ ਦੇ ਵਿੱਚ ਨੂੰ ਮੁਕਤ ਕਰਨ ਦੇ ਲਈ ਜਿੰਨੇ ਵੀ ਧਰਮ ਨੇ ਇਸ ਦੁਨੀਆ ਦੇ ਵਿੱਚ ਚੱਲਦੇ ਜੀ, ਸਾਰੇ ਹੀ ਉਹਨਾਂ ਦਾ ਬੇਸ ਸਿਰਫ ਉਹ ਜਿਹੜੀ ਆਤਮਾ, ਉਸ ਪਰਮ ਆਤਮਾ ਚੋਂ ਨਿਕਲ ਕੇ ਇੱਕ ਮਾਸ ਦੇ ਲੋਥੜੇ 'ਚ ਬਹਿ ਕੇ ਉਹਨੂੰ ਚਾਲੂ ਕੀਤਾ, ਮੁੜ ਕੇ ਸਰੀਰ ਚਾਹੇ ਖਤਮ ਹੋ ਗਿਆ ਜੀ, ਲੇਕਿਨ ਜਦ ਤਾਈਂ ਉਹ ਆਤਮਾ ਮੁੜ ਕੇ ਉਸ ਪਰਮਾਤਮਾ ਦੇ ਵਿੱਚ ਨਹੀਂ ਮਿਲਦਾ, ਉਦ ਤਾਈਂ ਸਾਰੇ ਧਰਮ ਕਹਿੰਦੇ ਨੇ ਕਿ ਉਸ ਚੀਜ਼ ਦੀ ਮੁਕਤੀ ਨਹੀਂ। ਹੁਣ ਸਵਾਲ ਇਹ ਖੜਾ ਹੁੰਦਾ ਰਣਜੀਤ ਸਿੰਘ ਜੀ ਕਿ ਜਦੋਂ ਸਰੀਰ ਹੀ ਨਹੀਂ ਰਿਹਾ ਤਾਂ ਉਹ ਜਿਹੜੀ ਆਤਮਾ ਹੈਗੀ ਏ ਉਹ ਕਿੱਥੇ ਹੈਗੀ ਏ ਤੇ ਉਹ ਕਿਵੇਂ ਫਿਰ ਉਸਨੇ ਮੁਕਤ ਹੋਣਾ ਹੈ? ਬਹੁਤ ਹੀ ਵਧੀਆ ਸਵਾਲ ਹੈ ਤੁਹਾਡਾ, ਔਰ ਇਹ ਤਕਰੀਬਨ ਹਰ ਬੰਦਾ ਹੀ ਕਰਦਾ ਜੀ। ਔਰ ਹਰ ਜਿਸਲੇ ਅਸੀਂ ਧਾਰਮਿਕ ਨਹੀਂ ਜਨਰਲ ਨਜ਼ਰੀਏ ਨਾਲ ਸੋਚੀਏ ਤਾਂ ਸਾਨੂੰ ਇਹੀ ਕੁਛ ਆਉਂਦਾ, ਜਿਸਲੇ ਬੰਦਾ ਹੀ ਨਹੀਂ ਰਿਹਾ, ਰਾਈਟ, ਉਹ ਆਤਮਾ ਕਿੱਥੇ ਗਈ? ਹੁਣ ਸਵਾਲ ਨੂੰ ਇਹਦਾ ਥੋੜਾ ਜਿਹਾ ਹੋਰ ਪਿੱਛੇ ਨੂੰ ਮਾਰ ਲਈਏ, ਜਿਸਲੇ ਬੰਦੇ ਦੇ ਵਿੱਚ ਹਜੇ ਆਤਮਾ ਆਈ ਨਾ ਸੀ, ਕਿੱਥੇ ਸੀ ਬੰਦਾ? ਤਾਂ ਫੇਰ ਵੀ ਸੀਗਾ, ਆਤਮਾ ਕਿੱਥੇ ਸੀ? ਰਾਈਟ। ਇਹਦੇ ਨਾਲ ਹੋਰ ਜੁੜਦਾ ਸਵਾਲ ਕਰ ਲਈਏ, ਅਸੀਂ ਸਾਰੇ ਜਿੰਨੇ ਧਰਮ ਨੇ ਉਹ ਇਹ ਲੈ ਕੇ ਚੱਲੇ ਨੇ ਕੋਈ ਨਾ ਕੋਈ ਇੱਕ ਐਸੀ ਸ਼ਕਤੀ ਹੈ, ਇੱਕ ਐਸਾ ਤਾਕਤ ਹੈ ਜਿਹਨੂੰ ਕਿਸੇ ਨੇ ਰੱਬ ਦਾ, ਕਿਸੇ ਨੇ ਗੋਡ ਦਾ ਨਾਂ ਦਿੱਤਾ, ਕਿਸੇ ਨੇ ਅੱਲਾਹ ਦਾ ਨਾਂ ਦਿੱਤਾ, ਕਿਸੇ ਨੇ ਕੋਈ ਦਿੱਤਾ, ਕਿਸੇ ਨੇ ਕੋਈ ਦਿੱਤਾ, ਲੇਕਿਨ ਇਹ ਜ਼ਰੂਰ ਮੰਨਿਆ ਕਿ ਉਹ ਸਾਨੂੰ ਦਿਸਦਾ, ਲੇਕਿਨ ਅਸੀਂ ਇਹ ਮਹਿਸੂਸ ਉਹਨੂੰ ਜ਼ਰੂਰ ਕਰਦੇ ਹਾਂ। ਠੀਕ।
ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਰੱਬ ਨੂੰ ਮਹਿਸੂਸ ਕਰਦੇ ਆ, ਅਸੀਂ ਆਤਮਾ ਨੂੰ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਆ। ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ, ਜਦ ਤਾਈਂ ਉਹ ਆਤਮਾ ਨਹੀਂ ਸੀ, ਇੱਕ ਮਾਸ ਦਾ ਲੋਥੜਾ ਸੀ ਜੀ। ਸਰੀਰ ਬਣ ਗਿਆ ਪੰਜਾਂ ਤੱਤਾਂ ਤੋਂ, ਸਰੀਰ ਦੇ ਵਿੱਚ ਉਹ ਆਤਮਾ ਜਦ ਤਾਈਂ ਕੰਮ ਕਰਦੀ ਰਹੀ, ਉਹ ਸਰੀਰ ਦਾ ਨਾਂ ਰਿਹਾ, ਉਸ ਬੰਦੇ ਦਾ ਨਾਂ ਰਿਹਾ। ਲੇਕਿਨ ਜਿਸ ਵੇਲੇ ਉਹ ਜਿਹੜੀ ਚੀਜ਼ ਪਈ ਸੀ ਮਾਸ ਦੇ ਲੋੜੇ ਨਿਕਲ ਗਈ, ਫਿਰ ਅਸੀਂ ਖੁਦ ਕਹਿਣ ਲੱਗ ਪਏ, ਹਾਂ ਤਾਂ ਇਹ ਤਾਂ ਜੀ ਮੁਰਦਾ। ਰਾਈਟ। ਕੀ ਅਸੀਂ ਦੇਖੀ ਨਿਕਲਦੀ ਉਹ ਆਤਮਾ? ਨੋ। ਜਾਂ ਉਹ ਨਾ ਉਹ ਸਾਨੂੰ ਆਉਣ ਲੱਗੀ ਨੇ ਦਿਖਾਈ ਦਿੱਤਾ, ਨਾ ਉਹਨੂੰ ਜਾਣ ਲੱਗੇ ਨੇ ਦਿਖਾਈ ਦਿੱਤਾ ਜੀ। ਉਹ ਇੱਕ ਐਸੀ ਚੀਜ਼ ਹੈ, ਲੇਕਿਨ ਅਸੀਂ ਉਹਨੂੰ ਮਹਿਸੂਸ ਤਾਂ ਜ਼ਰੂਰ ਕਰਦੇ ਹਾਂ। ਅਸੀਂ ਮਹਿਸੂਸ ਹੀ ਕੀਤਾ ਯਾਰ ਉਹ ਜਿਹੜੀ ਹਰਕਤ ਕਰਨ ਵਾਲੀ ਚੀਜ਼ ਸੀ, ਜਾਂ ਉਹ ਜਿਹੜਾ ਇਹਦੇ 'ਚ ਬੰਦਾ ਸੀ, ਤਾਂ ਹੁਣ ਮੁਰਦਾ ਹੋ ਗਿਆ ਜੀ। ਉਹੀ ਬੰਦਾ ਸਾਡੇ ਸਾਹਮਣੇ ਪਿਆ। ਕਿਉਂ ਅਸੀਂ ਉਹਨੂੰ ਮੁਰਦਾ ਕਿਹਾ? ਕਿਉਂਕਿ ਉਹ ਜਿਹੜੀ ਚੀਜ਼ ਜਿਸਨੇ ਉਹਨੂੰ ਹਰਕਤ ਦੇ ਵਿੱਚ ਲਿਆਂਦਾ ਸੀ, ਉਹ ਚੀਜ਼ ਹਰਕਤ ਕਰਨ ਵਾਲੀ ਉਹਦੇ ਵਿੱਚੋਂ ਨਿਕਲ ਗਈ, ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ, ਜਾਂ ਉਹਨੂੰ ਪਰਮਾਤਮਾ ਦੀ ਅੰਸ਼ ਕਹਿੰਦੇ ਆ। ਲੇਕਿਨ ਗੱਲ ਆਈ ਹੈ ਮੁਕਤੀ ਤੇ ਜੀ, ਵੀ ਆਤਮਕ ਮੁਕਤੀ ਕਦ ਹੁੰਦੀ ਹੈ? ਜੀ। ਜਿੰਨੇ ਵੀ ਧਰਮ ਗ੍ਰੰਥ ਨੇ ਉਹਨਾਂ ਨੂੰ ਪੜ੍ਹਿਆ ਜਾਵੇ, ਹਰ ਇੱਕ ਤੁਹਾਨੂੰ ਦੱਸਦਾ ਗਿਆਨ ਵੀ ਮੁਕਤੀ ਲੈਣੀ ਹੈ। ਮੁਕਤੀ ਦਾ ਮਤਲਬ ਕੀ? ਆਤਮਕ ਮੌਤ, ਆਤਮਾ ਦੀ ਮੌਤ। ਆਤਮਾ ਦੀ ਮੌਤ ਦਾ ਮਤਲਬ ਕੀ? ਜਿਸ ਤਰ੍ਹਾਂ ਪਹਿਲੇ ਜਿੱਥੋਂ ਆਏ ਸੀ ਉੱਥੇ ਮਿਲ ਗਏ, ਠੀਕ ਇਸੇ ਤਰ੍ਹਾਂ ਉਹ ਜਿੱਥੇ ਆਈ ਹੈ ਉਹਦੇ ਨਾਲ ਜਾ ਕੇ ਇੱਕਮਿਕ ਹੋ ਜਾਣਾ, ਅਭੇਦ ਹੋ ਜਾਣਾ, ਜਿਹਨੂੰ ਕਹਿੰਦੇ ਨੇ ਅਸੀਂ ਕਈ ਲਫ਼ਜ਼ਾਂ ਦੇ ਵਿੱਚ। ਉਹ ਆਤਮਾ ਦੀ ਐਕਚੁਅਲ ਮੌਤ ਹੈ, ਕਿਉਂਕਿ ਉਹਦੇ ਨਾਲ ਛੁੱਟ ਕੇ ਵੱਖ ਹੋ ਕੇ ਇੱਕ ਉਹਦਾ ਆਪਣਾ ਵਜੂਦ ਬਣਿਆ ਸੀ, ਲੇਕਿਨ ਉਹਦਾ ਆਪਣਾ ਵਜੂਦ ਜਿਸ ਤਰ੍ਹਾਂ ਸਰੀਰ ਦਾ ਵਜੂਦ ਖਤਮ ਹੋ ਗਿਆ, ਇਸੇ ਤਰ੍ਹਾਂ ਉਸ ਆਤਮਾ ਦਾ ਸੈਪਰੇਟ ਵਜੂਦ ਖਤਮ ਹੋ ਕੇ ਉਸ ਪਰਮ ਆਤਮਾ ਦੇ ਵਿੱਚ ਲੀਨ ਹੋ ਗਈ। ਰਾਈਟ। ਉਹਨੂੰ ਮੁਕਤੀ ਕਹਿ ਲਓ, ਉਹਨੂੰ ਆਤਮਾ ਦੀ ਮੌਤ ਕਹਿ ਲਓ, ਉਹਨੂੰ ਆਤਮਕ ਮੌਤ ਕਹਿ ਲਓ। ਪਰ ਅਸੀਂ ਕਈ ਦਫਾ ਇਸ ਆਤਮਕ ਮੌਤ ਲਫ਼ਜ਼ ਨੂੰ ਅਸੀਂ ਦੂਸਰੇ ਸਧਾਰਨ ਲਫ਼ਜ਼ਾਂ ਦੇ ਵਿੱਚ ਵਰਤ ਲੈਂਦੇ ਹਾਂ, ਜਿਹੜਾ ਕਿ ਮੇਰੇ ਹਿਸਾਬ ਦੇ ਨਾਲ ਗਲਤ ਹੈ। ਹਾਂ, ਇੱਕ ਬੰਦਾ ਨਿਰਦਈ ਤਾਂ ਹੋ ਸਕਦਾ, ਉਹਦੇ 'ਚ ਦਇਆ ਖਤਮ ਹੋ ਸਕਦੀ ਹੈ। ਇੱਕ ਬੰਦਾ ਜ਼ਾਲਮ ਤਾਂ ਹੋ ਸਕਦਾ, ਉਹਦੇ 'ਚ ਜ਼ੁਲਮ ਦੀ ਹੱਦ ਵੱਧ ਸਕਦੀ ਹੈ। ਇੱਕ ਬੰਦਾ ਜਿਹੜਾ ਹੈ ਲਾਲਚੀ ਤਾਂ ਹੋ ਸਕਦਾ, ਉਹਦੇ 'ਚ ਲਾਲਚ ਦਾ ਗੁਣ ਵੱਧ ਸਕਦਾ। ਲੇਕਿਨ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਬੰਦੇ ਦੀ ਜਿਹੜੀ ਆਤਮਾ ਉਹ ਮਰ ਚੁੱਕੀ ਹੈ, ਕਿਉਂਕਿ ਉਹ ਹਰਕਤ ਕਰ ਰਿਹਾ। ਕਿਉਂਕਿ ਉਹਦੇ ਵਿੱਚ ਉਹ ਜਿੰਦ ਜਾਨ ਉਹ ਤੁਰਿਆ ਫਿਰਿਆ, ਉਹ ਇਹ ਜਿੰਨੇ ਵੀ ਕੰਮ ਕਰ ਰਿਹਾ, ਉਹ ਇਨਸਾਨ ਦੇ ਤੌਰ ਤੇ, ਆਦਮੀ ਦੇ ਤੌਰ ਤੇ, ਮਨੁੱਖ ਦੇ ਤੌਰ ਤੇ, ਜਾਂ ਇਸਤਰੀ ਦੇ ਤੌਰ ਤੇ ਉਹ ਕਰ ਰਿਹਾ, ਔਰ ਉਹ ਘੁੰਮ ਫਿਰ ਰਿਹਾ, ਚੱਲ ਰਿਹਾ। ਅਸੀਂ ਉਹਨੂੰ ਮੁਰਦਾ ਨਹੀਂ ਕਹਿ ਸਕਦੇ। ਜਿਸਲੇ ਆਤਮਾ ਉਹਦੇ ਚੋਂ ਨਿਕਲੇਗੀ, ਜਿਸਲੇ ਆਤਮਾ ਉਹਦੇ ਚੋਂ ਨਿਕਲ ਕੇ ਵੱਖ ਹੋ ਜਾਏਗੀ, ਫਿਰ ਉਹ ਜਿਹੜਾ ਸਰੀਰ ਹੈ, ਫਿਰ ਅਸੀਂ ਉਹਨੂੰ ਮੁਰਦਾ ਸਰੀਰ ਕਰਾਂਗੇ। ਔਰ ਜਿਸਲੇ ਆਤਮਾ ਨਿਕਲ ਜਾਏਗੀ, ਫਿਰ ਆਤਮਾ ਦੇ 5 ਤੱਤ ਵੀ ਵਿੱਚੋਂ ਨਿਕਲ ਜਾਣਗੇ। ਮੁਰਦੇ ਸਰੀਰ ਦੇ ਵਿੱਚ ਕਦੇ ਦੇਖਿਆ ਵੀ ਕਿ ਕੋਈ ਮੁਰਦਾ ਕਹਿੰਦਾ ਹੋਵੇ ਠਹਿਰ ਜਾ ਮੈਂ ਤੈਨੂੰ ਦੱਸਦਾ, ਜਾਂ ਉਹਦੇ ਵਿੱਚ ਕੋਈ ਹੰਕਾਰ ਜਾਂ ਕ੍ਰੋਧ ਜਾਂ ਹੋਰ ਕੋਈ ਲਾਲਚ ਜਾਂ ਕੋਈ ਚੀਜ਼ ਨਹੀਂ ਹੈ। ਉਹ ਜਿਹੜੇ 5 ਇਹ ਜਿਹੜੇ 5 ਮਨ ਦੇ 5 ਤੱਤ ਨੇ, ਇਹਨਾਂ ਨੂੰ ਵੀ ਅਸੀਂ ਦੇਖ ਨਹੀਂ ਸਕਦੇ। ਹੁਣ ਇੱਕ ਬੰਦਾ ਜ਼ਾਲਮ ਹੈ, ਅਸੀਂ ਉਹ ਜ਼ੁਲਮ ਕਰਦਾ ਉਹਦਾ ਐਕਸ਼ਨ ਦੇਖ ਸਕਦੇ ਹਾਂ, ਲੇਕਿਨ ਉਹਦੇ ਅੰਦਰ ਮੈਜ਼ਰ ਨਹੀਂ ਕਰ ਸਕਦੇ ਕਿ ਕਿੰਨਾ ਕੀ ਹੈ, ਕੀ ਚੀਜ਼ ਹੈ। ਇਸੇ ਤਰ੍ਹਾਂ ਜੇ ਇੱਕ ਬੰਦਾ ਲਾਲਚ, ਮੇਰੇ ਅੰਦਰ ਲਾਲਚ, ਮੈਂ ਲਾਲਚ ਕਰਦਾ, ਤੁਸੀਂ ਮੈਨੂੰ ਮੇਰਾ ਐਕਸ਼ਨ ਦੇਖ ਸਕਦੇ ਆ, ਲੇਕਿਨ ਉਸ ਲਾਲਚ ਨੂੰ ਉਹ ਜਿਹੜੀ ਉਹ ਮੇਰੇ ਅੰਦਰ ਉਹ ਇੱਕ ਤੱਤ ਹੈ, ਉਸ ਨੂੰ ਨਹੀਂ ਦੇਖ ਸਕਦੇ। ਇਸੇ ਤਰ੍ਹਾਂ ਜਿਹੜੇ ਇਹਦੇ ਆਤਮਾ ਦੇ 5 ਤੱਤ ਨੇ, ਜਿਸ ਤਰ੍ਹਾਂ ਕਾਮ, ਕ੍ਰੋਧ, ਲੋਭ, ਹੰਕਾਰ, ਇਹਨਾਂ ਦੇ ਐਕਸ਼ਨਾਂ ਤੋਂ ਅਸੀਂ ਕਹਿ ਸਕਦੇ ਡਿਟਰਮਿਨ ਕਰ ਸਕਦੇ ਹਾਂ, ਪਰ ਅਸੀਂ ਦੇਖ ਨਹੀਂ ਸਕਦੇ। ਅਸੀਂ ਇਹਨਾਂ ਨੂੰ ਦੇਖ। ਸੋ ਹੁਣ ਸਵਾਲ ਇਹ ਆਉਂਦਾ ਕਿ ਤੁਸੀਂ ਕਿਹਾ ਕਿ ਆਤਮਿਕ ਮੌਤ ਦਾ ਮਤਲਬ ਹੈ ਮੁਕਤੀ ਬੇਸਿਕਲੀ, ਪਰ ਇਹ ਮੁਕਤੀ ਦਾ ਜਿਹੜਾ ਕਨਸੈਪਟ ਹੈਗਾ, ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਕੀ ਉਪਦੇਸ਼ ਮਿਲਦਾ ਹੈਗਾ ਕਿ ਅਸੀਂ ਕਿਵੇਂ ਆਪਣੇ ਆਪ ਨੂੰ, ਆਪਣੀ ਆਤਮਾ ਨੂੰ ਅਸੀਂ ਮੁਕਤ ਕਰਾਉਣਾ ਹੈਗਾ? ਮੈਂ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਜਿਸ ਤਰ੍ਹਾਂ ਜਿੰਨਾ ਕੁ ਮੈਂ ਖੋਜ ਕੀਤੀ ਹੈ, ਮੈਨੂੰ ਮਿਲੇ ਨੇ, ਉਹਨਾਂ ਦੇ ਮੈਂ ਕੁਝ ਲਿਖੇ ਨੇ। ਜਿਸ ਤਰ੍ਹਾਂ ਤੁਸੀਂ ਕਿਹਾ ਪਏ, ਗੁਰੂ ਗ੍ਰੰਥ ਸਾਹਿਬ ਸਾਡੀ ਗੁਰਬਾਣੀ ਇਸ ਮੁਕਤੀ ਦੇ ਬਾਰੇ ਜਾਂ ਆਤਮਾ ਦੇ ਬਾਰੇ ਜਾਂ ਕੀ ਕਹਿੰਦੀ ਹੈ। ਹੁਣ ਤਲੰਗ ਮਹੱਲੇ 5ਵੇਂ ਦੇ ਵਿੱਚ 724 ਅੰਕ ਤੇ ਆ, ਖੁਦ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ, ਦੇਣ ਸਰੈਣ ਜੇ ਤੁਧ ਅਰਾਦੇ, ਸੋ ਕਿਉਂ ਦੋਜਕ ਜਾਏ। ਇੱਕ ਲਫ਼ਜ਼ ਦੋਸ਼ਕ ਦਾ ਆ ਗਿਆ, ਜਿਹਨੂੰ ਅਸੀਂ ਨਰਕ ਕਹਿੰਦੇ ਹਾਂ। ਸੋ ਕਿਉਂ ਦੋਜਕ ਜਾਏ, ਅਸੀਂ ਕਹਿੰਦੇ ਹਾਂ ਇਹਨੇ ਪਾਪ ਕੀਤੇ, ਨਰਕਾਂ ਨੂੰ ਜਾਊਗਾ। ਉਹਦੇ ਨਾਲ ਇਹ ਸਿਰਫ ਉਸ ਪਰਮਾਤਮਾ ਦੀ ਸਿਫਤ ਦਾ, ਆਪ ਤਿਆਗ ਪਰੀਏ ਨਿਤ ਸਰਨੀ, ਗੁਰ ਤੇ ਪਾਈਏ ਇਹ ਨਿਧਾਨ, ਜਨਮ ਮਰਨ ਕੀ ਕੱਟੀਏ ਫਾਸੀ। 2 ਲਫ਼ਜ਼ ਹੈ, ਜਨਮ ਤੇ ਮਰਨ, ਜੰਮਣਾ ਤੇ ਮਰਨਾ, ਆਉਣਾ ਤੇ ਜਾਣਾ। ਜਨਮ ਮਰਨ ਕੀ ਕੱਟੀਏ ਫਾਸੀ,
ਸਾਚੀ ਦਰਗਾਹ ਕਾ ਨਿਸ਼ਾਨ। ਹੁਣ ਇੱਥੇ 4-5 ਬੜੇ ਅੱਛੇ ਸ਼ਬਦ ਆਏ ਨੇ। ਸਾਚੀ ਦਰਗਾਹ, ਸਾਚੀ ਦਰਗਾਹ ਕਿਹੜੀ ਹੋਈ? ਹੁਣ ਅਸੀਂ ਕਈ ਕਹਿੰਦੇ ਨੇ ਜੀ ਉਹ ਕਿਹੜੀ ਜਗ੍ਹਾ ਕਿੱਥੇ ਆ? ਨਹੀਂ, ਇੱਥੇ ਸਾਚੀ ਦਰਗਾਹ ਉਹੀ ਆਤਮਾ ਦਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ। ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੀ ਨਿਥਾਵੇ ਥਾਓ। ਠੀਕ। ਬੀਜ ਮੰਤਰ ਜਿਹੜਾ ਮੁੱਢ ਬੇਸਿਕ ਮੰਤਰ ਕੀ ਆ? ਹਰ ਕੀਰਤਨ ਗਾਓ। ਉਸ ਹਰੀ ਪਰਮਾਤਮਾ ਦੇ ਕੀਰਤਨ, ਉਹਦੀ ਸਿਫਤ ਸਲਾਹ ਕਰ ਜਾਂ ਉਹਦੀ ਸਿਫਤ ਦੇ ਵਿੱਚ ਰਹਿ। ਫਿਰ ਕੀ ਹੋਗਾ? ਆਗੇ ਮਿਲੀ ਨਿਥਾਵੇ ਥਾਓ। ਨਿਥਾਵੇ ਨੂੰ ਜਿਹੜਾ ਭਟਕਦਾ ਫਿਰਦਾ ਸੀ ਉਸ ਨੂੰ ਥਾਂ ਮਿਲ ਜਾਏਗੀ। ਉਹਨੂੰ ਉਹ ਥਾਂ ਮਿਲਦਾ ਕੀ ਮਤਲਬ? ਉਹ ਜਿਹੜੀ ਆਤਮਾ ਉਹਦੇ ਨਾਲ ਨਿਕਲੀ ਹੋ ਸੀ, ਅਲੱਗ ਹੋ ਗਏ। ਜੇ ਕਦੀ ਇਸ ਜੀਵ ਦੇ ਵਿੱਚ ਕੀ ਅਸੀਂ ਦੂਸਰੇ ਵਿੱਚ, ਖੈਰ ਅਸੀਂ ਇਸ ਚੀਜ਼ ਦੇ ਨਾ ਜਾਈਏ, ਉਹ ਜਿਹੜੀ ਉਹ ਤੋਂ ਅਲੱਗ ਹੋਈ ਸੀ, ਉਹ ਜਾ ਕੇ ਉਹਦੇ ਵਿੱਚ ਫਿਰ ਅਭੇਦ ਹੋ ਗਈ। ਉਹ ਕਿਉਂ, ਕਿਸ ਤਰ੍ਹਾਂ ਅਭੇਦ ਹੋ ਗਈ? ਜੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਂਗੇ। ਰੇ ਮਨ ਓਟ ਲਿਓ ਹਰ ਨਾਮਾ, ਜਾ ਕੇ ਸਿਮਰਨ ਦੁਰਮਤ ਨਾਸੇ, ਪਾਵੇ ਪਦ ਨਿਰਵਾਣਾ। ਹੁਣ ਇੱਕ ਥਰਡ ਚ ਲਫ਼ਜ਼ ਇੱਕ ਹੋਰ ਆ ਗਿਆ, ਨਿਰਵਾਣਾ। ਨਿਰਵਾਣ ਦਾ ਇਹ ਐਕਚੁਅਲ ਮੁਕਤੀ ਹੈ, ਕਿਉਂਕਿ ਬੁੱਧ ਧਰਮ ਦੇ ਵਿੱਚ ਵੀ ਨਿਰਵਾਣ ਲਫ਼ਜ਼ ਐਕਚੁਅਲ ਬੁੱਧ ਧਰਮ ਤੋਂ ਸਾਨੂੰ ਮਿਲਿਆ। ਉਹ ਵੀ ਮੁਕਤੀ ਨੂੰ ਨਿਰਵਾਣ ਕਹਿੰਦੇ ਨੇ, ਮੁਕਤੀ ਲੈਣ ਨੂੰ। ਔਰ ਜਿੰਨਾ ਵੀ ਬੁੱਧ ਧਰਮ ਦੀ ਫਿਲਾਸਫੀ ਆ ਉਹ ਨਿਰਵਾਣ ਦੇ ਉੱਤੇ ਚੱਲਦੀ ਹੈ। ਨਿਰਵਾਣ ਦਾ ਮਤਲਬ ਹੈ ਮੁਕਤੀ। ਸੋ ਹਾਈਐਸਟ ਸਟੇਟ ਜਿਹੜੀ ਹੈਗੀ ਹੈ ਉਹ ਹੈਗੀ ਹੈ ਮੁਕਤੀ ਦੀ ਸਿੱਖੀ ਦੇ ਵਿੱਚ। ਉਸ ਵਾਸਤੇ ਇਹ ਆਤਮਿਕ ਮੌਤ ਨੂੰ, ਜਿਸ ਨੂੰ ਕਿ ਅਸੀਂ ਕਈ ਵਾਰੀ ਕਨਫਿਊਜ਼ ਕਰ ਜਾਂਦੇ ਹਾਂ, ਤੁਹਾਡਾ ਇਹ ਕਹਿਣ ਦਾ ਮਤਲਬ ਹੈਗਾ ਕਿ ਇਹ ਉਹ ਨਹੀਂ, ਜਦ ਕਿ ਅਸਲ 'ਚ ਮਕਸਦ ਹੈਗਾ ਉਹ ਮੁਕਤੀ ਪ੍ਰਾਪਤ ਕਰਨ ਦਾ, ਉਸ ਆਤਮਾ ਨੂੰ ਪਰਮਾਤਮਾ ਦੇ ਨਾਲ ਲੀਨ ਕਰਨ ਦਾ। ਬਿਲਕੁਲ ਸਹੀ ਗੱਲ। ਇਹ ਬੜਾ ਹੀ ਇੱਕ ਟੌਪ ਕੁਆਲਿਟੀ ਦਾ ਲਫ਼ਜ਼ ਹੈ। ਠੀਕ। ਆਤਮਕ ਮੌਤ। ਪਰ ਅਸੀਂ ਕਈ ਦਫਾ ਇਹਨੂੰ ਘਟੀਆ ਤਰੀਕੇ ਨਾਲ ਇਸਤੇਮਾਲ ਕਰਨੇ ਆ। ਮੇਰੇ ਸਿਰਫ ਅੱਜ ਇਹ ਗੱਲ ਕਰਨ ਦਾ ਇਹੀ ਮਕਸਦ ਸੀ, ਸਾਨੂੰ ਲਫ਼ਜ਼ਾਂ ਦੇ ਅੰਦਰੂਨੀ ਭਾਵ ਸਮਝਣੇ ਚਾਹੀਦੇ ਨੇ। ਇਸੇ ਤਰ੍ਹਾਂ ਸਾਨੂੰ ਗੁਰਬਾਣੀ ਦੇ ਅੰਦਰੂਨੀ ਭਾਵ ਸਮਝਣੇ ਜ਼ਰੂਰੀ ਨੇ। ਲੇਕਿਨ ਕਈ ਦਫਾ ਅਸੀਂ ਚੱਲਦੀਆਂ ਗੱਲਾਂ ਦੇਖ ਕੇ ਉਹ ਕਈ ਦਫਾ ਅਰਥਾਂ ਦੇ ਨਨਰਥ ਗੁਰਬਾਣੀ ਦੇ ਵੀ ਕਰਦੇ ਆ ਔਰ ਇਹਨਾਂ ਲਫ਼ਜ਼ਾਂ ਦੇ। ਆਤਮਕ ਮੌਤ ਦਾ ਮਕਸਦ ਇਹ ਹੈ, ਜਿਸ ਲਈ ਆਤਮਾ ਦੀ ਖਤਮ ਹੋ ਜਾਣਾ, ਆਤਮਾ ਨੇ ਉਹ ਜਿੱਥੋਂ ਆਈ ਸੀ ਉਹਦੇ ਵਿੱਚ ਲੀਨ ਹੋ ਜਾਣਾ, ਉਹਦੀ ਹੋਂਦ ਖਤਮ। ਬਹੁਤ ਖੂਬ ਜੀ, ਧੰਨਵਾਦ ਇੱਥੇ ਆ ਕੇ ਇਸ ਕਨਸੈਪਟ ਬਾਰੇ ਤੁਸੀਂ, ਕਿਉਂਕਿ ਇੱਕ ਬੜਾ ਡਿਫਿਕਲਟ ਸਬਜੈਕਟ ਹੈਗਾ, ਇਹ ਈਜ਼ੀ ਨਹੀਂ। ਇਸ ਨੂੰ ਗ੍ਰੈਸਪ ਕਰਨ ਵਾਸਤੇ ਵੀ ਤੁਹਾਨੂੰ ਉਸ ਲੈਵਲ ਤੇ ਪਹੁੰਚਣਾ ਪਏਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਇਸ ਕਨਸੈਪਟ ਬਾਰੇ ਜੋ ਤੁਸੀਂ ਜਾਣਕਾਰੀ ਲਈ ਜੀ, ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। ਰਣਜੀਤ ਸਿੰਘ ਜੀ ਤੱਕ ਅਸੀਂ ਉਹ ਸਵਾਲ ਪਹੁੰਚਾ ਕੇ ਤੁਹਾਡੇ ਤੱਕ ਜ਼ਰੂਰ ਉਸਦਾ ਮੈਸੇਜ ਆਨਸਰ ਜੋ ਹੈ ਪਹੁੰਚਾਵਾਂਗੇ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਉਸ ਨਾਲ ਹੀ ਧੰਨਵਾਦੀਆਂ ਆਪਣੇ ਐਡਵਰਟਾਈਜ਼ਰਸ ਅਤੇ ਸਪਾਂਸਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚ ਰਹੇ ਨੇ, ਕਿਉਂਕਿ ਉਹਨਾਂ ਦੇ ਸਹਿਯੋਗ ਕਾਰਨ ਹੀ ਪ੍ਰੋਗਰਾਮ ਚੱਲ ਰਹੇ ਨੇ। ਤੁਹਾਡੇ ਵੱਲੋਂ ਜਦੋਂ ਕਾਲਸ ਆਉਂਦੀਆਂ ਨੇ ਤਾਂ ਤੁਸੀਂ ਸਹਿਯੋਗ ਦੀ ਗੱਲ ਕਰਦੇ ਹੋ, ਤਾਂ ਮੈਂ ਬੇਨਤੀ ਕਰਾਂਗਾ ਕਿ ਸਹਿਯੋਗ ਦਿਓ ਸਾਡੇ ਉਹਨਾਂ ਐਡਵਰਟਾਈਜ਼ਰਸ ਅਤੇ ਸਪਾਂਸਰਸ ਦਾ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਤਦ ਹੀ ਅਸੀਂ ਤੁਹਾਡੇ ਤੱਕ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਸਕਦੇ ਹਾਂ। ਉਸ ਤੋਂ ਇਲਾਵਾ ਤੁਸੀਂ ਕੋਈ ਜਾਣਕਾਰੀ ਲੈਣੀ ਹੋਏ ਕੋਈ ਐਡਵਰਟਾਈਜ਼ਮੈਂਟ ਬਾਰੇ, ਤਾਂ ਸਾਡੇ ਐਡਵਰਟਾਈਜ਼ਮੈਂਟ ਟੀਮ ਨਾਲ ਸੰਪਰਕ ਕਰੋ। 604 202 3040। ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।